ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਤੇ ਇੱਕ ਨਜ਼ਰ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂਵਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਹੈ ਸੈਂਤਾ ਨੇਲਾ ਦੀ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਟਰੱਕਾਂ ਦੀ ਸਿਖਲਾਈ ਲੈਣ ਦੇ ਬਾਰੇ ਸੋਚ ਰਹੇ ਹੋ ਤਾਂ ਵੈਸਟ ਕੋਸਟ ਟਰੱਕ ਸਕੂਲ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਅਜੀਤ ਟਵਾਲ ਦਾ ਨੰਬਰ ਹੈ 559 800 0590 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਖਬਰਾਂ ਦੇ ਵੱਲ ਵਧੀਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਨਾਲ ਜੁੜੀਆਂ ਖਬਰਾਂ ਤੋਂ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਭਾਰਤ ਦੇ ਵਿੱਚ ਅਤੀ ਲੋੜੀਂਦੇ ਗੈਂਗਸਟਰ ਕਈ ਵੈਬਸਾਈਟਸ ਅੱਤਵਾਦੀ ਵੀ ਲਿਖ ਰਹੀਆਂ ਨੇ। ਹਰਵਿੰਦਰ ਸਿੰਘ ਰਿੰਦਾ ਦੀ ਪਾਕਿਸਤਾਨ ਦੇ ਵਿੱਚ ਕਥਿਤ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਹੋ ਗਈ ਹੈ। ਕੇਂਦਰੀ ਏਜੰਸੀਆਂ ਅਤੇ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਰਿੰਦਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਰਿੰਦਾ ਨੂੰ ਪਹਿਲਾਂ ਜਿੰਦਲ ਹਸਪਤਾਲ ਲਾਹੌਰ ਦਾਖਲ ਕਰਵਾਇਆ ਗਿਆ ਸੀ ਅਤੇ ਫਿਰ ਮਿਲਟਰੀ ਹਸਪਤਾਲ ਭੇਜਿਆ ਗਿਆ ਸੀ। ਰਿੰਦਾ ਤੇ ਪੰਜਾਬ ਦੇ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਹੱਤਿਆਵਾਂ ਕਰਨ ਅਤੇ ਪੰਜਾਬ ਦੇ ਵਿੱਚ ਅੱਤਵਾਦ ਨੂੰ ਸ਼ਹਿ ਦੇਣ ਦਾ ਦੋਸ਼ ਸੀ। ਉਹ ਇਸ ਸਾਲ 9 ਮਈ ਨੂੰ ਮੁਹਾਲੀ ਦੇ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਦੇ ਮੁੱਖ ਦਫ਼ਤਰ ਤੇ ਹਮਲੇ ਦਾ ਕਥਿਤ ਤੌਰ ਤੇ ਮੁੱਖ ਸਾਜ਼ਿਸ਼ ਘਾੜਾ ਵੀ ਕਿਹਾ ਗਿਆ। ਪਰ ਦੂਜੇ ਪਾਸੇ ਹੁਣ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ। ਕਈ ਹੋਰ ਜਿਹੜੇ ਗਰੁੱਪ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕਈ ਗਰੁੱਪ ਜ਼ਿੰਮੇਵਾਰੀ ਲੈ ਰਹੇ ਨੇ ਕਿ ਹਰਵਿੰਦਰ ਸਿੰਘ ਰਿੰਦਾ ਦੇ ਮਾਮਲੇ ਨੂੰ, ਕਤਲ ਨੂੰ ਅਸੀਂ ਅੰਜਾਮ ਦਿੱਤਾ ਹੈ। ਕਿ ਕੋਈ ਵੀ ਬੰਦਾ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਰਹਿ ਲਵੇ ਉਹ ਸਾਡੇ ਤੋਂ ਬਚ ਨਹੀਂ ਸਕਦਾ। ਸੋ ਹਰਿੰਦਰ ਸਿੰਘ ਰਿੰਦਾ ਨੂੰ ਲੈ ਕੇ ਹੁਣ ਜੇਕਰ ਤੁਸੀਂ ਮੀਡੀਆ ਦੇ ਵਿੱਚ ਵੇਖੋਗੇ ਤਾਂ ਕਈ ਜਿਵੇਂ ਮੈਂ ਕਹਿ ਕੇ ਹਟਿਆ ਵੈਬਸਾਈਟਸ ਉਹਨੂੰ ਅੱਤਵਾਦੀ ਲਿਖ ਰਹੀਆਂ ਨੇ। ਪਰ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਜਿਹੜੀ ਹੋਈ ਆ ਉਹ ਜਿੰਦਲ ਹਸਪਤਾਲ ਲਾਹੌਰ ਦੇ ਵਿੱਚ ਹੋਣ ਬਾਰੇ ਪਤਾ ਲੱਗਿਆ। ਕਾਫੀ ਟਾਈਮ ਤੋਂ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੇ ਵਿੱਚ ਰਹਿੰਦਾ ਸੀ। ਹੁਣ ਵੀ ਜਿਹੜੇ NIA ਨੇ ਛਾਪੇ ਮਾਰੇ ਨੇ, ਕਈ ਕਲਾਕਾਰਾਂ ਤੋਂ ਪੁੱਛ ਪੜਤਾਲ ਹੋ ਰਹੀ ਹੈ। ਉਹਨਾਂ ਦੇ ਨਾਲ ਜੁੜੇ ਕਈ ਮਾਮਲਿਆਂ ਦੇ ਵਿੱਚ ਵੀ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਆਉਂਦਾ ਸੀ। ਪਰ ਇਹ ਇਸ ਵੇਲੇ ਦੀ ਪੰਜਾਬ ਦੀ ਕ੍ਰਾਈਮ ਦੀ ਦੁਨੀਆ ਦੇ ਨਾਲ ਜੁੜੀ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਕਿ ਜਿੰਦਲ ਹਸਪਤਾਲ ਲਾਹੌਰ ਦੇ ਵਿੱਚ ਹਰਵਿੰਦਰ ਸਿੰਘ ਰਿੰਦਾ ਨੇ ਦਮ ਤੋੜ ਦਿੱਤਾ ਤੇ ਇਹਦੀ ਬਕਾਇਦਾ ਤੌਰ ਤੇ ਪੁਸ਼ਟੀ ਜਿਹੜੀ ਆ ਉਹ ਇੱਧਰ ਪੰਜਾਬ ਪੁਲਿਸ ਜਾਂ ਏਜੰਸੀਆਂ ਨੇ ਵੀ ਆ ਉਹ ਕੀਤੀ ਹੈ। ਰੁੱਖ ਕਰਦੇ ਹਾਂ ਕੋਟਕਪੂਰਾ ਗੋਲੀਕਾਂਡ ਮਾਮਲੇ ਦਾ। ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਜਾਂਚ ਟੀਮ ਨੇ ADGP LK ਯਾਦਵ ਦੀ ਅਗਵਾਈ ਦੇ ਵਿੱਚ ਘਟਨਾ ਸਥਾਨ ਦਾ ਦੌਰਾ ਕੀਤਾ, ਜਿੱਥੇ 14 ਅਕਤੂਬਰ 2015 ਨੂੰ ਗੋਲੀਕਾਂਡ ਹੋਇਆ ਸੀ। ਯਾਦਵ ਦੇ ਨਾਲ ਫੋਰੈਂਸਿਕ ਮਾਹਰਾਂ ਦੀ ਟੀਮ ਵੀ ਪੁੱਜੀ ਅਤੇ ਟੀਮ ਨੇ ਘਟਨਾ ਸਥਾਨ ਤੇ ਚੱਲੀਆਂ ਗੋਲੀਆਂ ਦੀ ਦਿਸ਼ਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਜਾਂਚ ਟੀਮ ਨੇ 17 ਦਸੰਬਰ ਨੂੰ ਕੋਟਕਪੂਰਾ ਗੋਲੀਕਾਂਡ ਦੇ ਵਿੱਚ ਹੋ ਰਹੀ ਪੜਤਾਲ ਦੀ ਪ੍ਰਗਤੀ ਰਿਪੋਰਟ ਫਰੀਦਕੋਟ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਵੀ ਸੌਂਪਣੀ ਹੈ। ਉਧਰ ਦੂਜੇ ਪਾਸੇ ਖਬਰ ਇਹ ਆ ਰਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਫਰੀਦਕੋਟ ਦੇ ਵਿੱਚ ਮਰਨ ਵਰਤ ਤੇ ਬੈਠ ਗਏ ਨੇ। ਪਤਾ ਲੱਗਿਆ ਹੈ ਕਿ ਕਿਸਾਨ ਜਥੇਬੰਦੀ ਨੇ ਪਿਛਲੇ ਇੱਕ ਹਫ਼ਤੇ ਤੋਂ ਸ੍ਰੀਨਗਰ ਤੋਂ ਰਾਜਸਥਾਨ ਤੱਕ ਜਾਣ ਵਾਲੇ ਹਾਈਵੇ ਨੰਬਰ 54 ਤੇ ਫਰੀਦਕੋਟ ਦੇ ਵਿੱਚ ਆਵਾਜਾਈ ਰੋਕੀ ਸੀ। ਦੁਪਹਿਰ 12 ਕੁ ਵਜੇ ਜਗਜੀਤ ਡੱਲੇਵਾਲ ਦੀ ਅਗਵਾਈ ਹੇਠ ਬਣੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ, ਜਿਸ ਦੇ ਵਿੱਚ ਪੰਜਾਬ ਦੀਆਂ ਅੱਧੀ ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੇ ਦੌਰਾਨ ਡੱਲੇਵਾਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਹਾਲੇ ਤੱਕ ਲਾਗੂ ਨਹੀਂ ਕੀਤੀਆਂ, ਜਿਨ੍ਹਾਂ ਨੂੰ ਮਨਵਾਉਣ ਦੇ ਲਈ ਉਹ ਮਰਨ ਵਰਤ ਤੇ ਬੈਠ ਰਹੇ ਨੇ। ਇਸ ਮੌਕੇ ਉਹਨਾਂ ਦੇ ਨਾਲ ਕਈ ਹੋਰ ਕਿਸਾਨ ਆਗੂ ਵੀ ਹਾਜ਼ਰ ਸਨ। ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਥਾਂ ਤੇ ਉਹਨਾਂ ਦੇ ਖਿਲਾਫ ਦੁਰਪ੍ਰਚਾਰ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੁਝ ਕਿਸਾਨ ਯੂਨੀਅਨਾਂ ਤੇ ਬੋਲੇ ਹਮਲੇ ਨੂੰ ਲੈ ਕੇ ਕਿਸਾਨ ਭੜਕ ਉੱਠੇ ਨੇ ਤੇ ਸੂਬੇ ਦੀ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ ਧਿਰਾਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਘੇਰਾਬੰਦੀ ਕੀਤੀ ਜਾਣ ਲੱਗੀ ਹੈ।
ਕਿਸਾਨ ਧਿਰਾਂ ਨੇ ਵੀ ਮੁੱਖ ਮੰਤਰੀ ਤੇ ਮੋੜਵਾਂ ਹਮਲਾ ਕੀਤਾ ਹੈ। ਦੱਸਣਾ ਬਣਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਸੂਬੇ ਦੇ ਵਿੱਚ ਕਿਸਾਨਾਂ ਦੇ ਧਰਨਿਆਂ ਕਰਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ, ਪਰ ਸੜਕਾਂ ਤੇ ਧਰਨੇ ਲਾਉਣ ਦੀ ਥਾਂ ਤੇ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਨੇ। ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਮੁੱਖ ਮੰਤਰੀ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਕਿਸਾਨ ਧਿਰਾਂ ਦੇ ਵਿਰੋਧ ਕਰਕੇ ਹੀ 3 ਖੇਤੀ ਕਾਨੂੰਨ ਵਾਪਸ ਹੋਏ ਸਨ ਅਤੇ ਉਦੋਂ ਆਪ ਆਗੂ ਪ੍ਰਦਰਸ਼ਨਕਾਰੀਆਂ ਦੇ ਲਈ ਪਾਣੀ ਦੇ ਪ੍ਰਬੰਧ ਤੇ ਹੋਰ ਕਈ ਤਰ੍ਹਾਂ ਦੇ ਪ੍ਰਬੰਧ ਕਰਦੇ ਸਨ। ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਧਰਨੇ ਦੇਣ ਦਾ ਕੋਈ ਚਾਅ ਨਹੀਂ ਹੈ ਤੇ ਜੇਕਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰੇ ਤਾਂ ਕਿਸਾਨਾਂ ਨੂੰ ਧਰਨੇ ਦੇਣ ਦੀ ਲੋੜ ਹੀ ਨਹੀਂ ਪਵੇਗੀ। ਸਿਰਸਾ ਨੇ ਵੀ ਕਿਹਾ ਹੈ ਕਿ ਪਹਿਲਾਂ ਆਪ ਵਾਲੇ ਕੇਂਦਰ ਸਰਕਾਰ ਦੇ ਖਿਲਾਫ ਲੱਗੇ ਧਰਨਿਆਂ ਨੂੰ ਲੈ ਕੇ ਕਿਸਾਨ ਧਿਰਾਂ ਦੀ ਤਾਰੀਫ ਕਰਦੇ ਸਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਖਿਲਾਫ ਖੜੇ ਹੋਏ ਨੇ। ਉਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਜਿਹੀ ਸ਼ਬਦਾਵਲੀ ਵਰਤਣ ਦੇ ਬਦਲੇ ਮੁੱਖ ਮੰਤਰੀ ਨੂੰ ਕਿਸਾਨ ਜਥੇਬੰਦੀਆਂ ਕੋਲੋਂ ਮਾਫੀ ਮੰਗਣ ਦੇ ਲਈ ਕਿਹਾ। ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨ ਧਿਰਾਂ ਤਾਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਦੀ ਗੱਲ ਆਖ ਰਹੀਆਂ ਨੇ। ਇਸ ਵਾਸਤੇ ਮੁੱਖ ਮੰਤਰੀ ਫੌਰੀ ਇਹਨਾਂ ਮੰਗਾਂ ਨੂੰ ਲਾਗੂ ਕਰਨ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ। ਉਧਰ ਦੂਜੇ ਪਾਸੇ ਬਲਦੇਵ ਸਿੰਘ ਸਿਰਸਾ ਨੇ ਵੀ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਹ ਲੋਕਾਂ ਨੂੰ ਕਿਸਾਨ ਯੂਨੀਅਨਾਂ ਦੇ ਖਿਲਾਫ ਭੜਕਾਉਣ ਦੀ ਸਾਜ਼ਿਸ਼ ਹੈ ਤੇ ਇੱਕ ਜ਼ਿੰਮੇਵਾਰ ਵਾਲੀ ਕੁਰਸੀ ਤੇ ਬੈਠ ਕੇ ਅਜਿਹੇ ਬਿਆਨ ਦੇਣੇ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ। ਸੋ ਬੇਸ਼ੱਕ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਨੇ ਜੋ ਕਿਸਾਨਾਂ ਦੇ ਲਈ ਸ਼ਬਦਾਵਲੀ ਵਰਤੀ ਹੈ ਉਹ ਠੀਕ ਨਹੀਂ ਹੈ। ਚਲੋ ਮੈਂ ਵੀ ਉਹ ਬਿਆਨ ਸੁਣਿਆ। ਉਹਨਾਂ ਨੇ ਕਿਹਾ ਕਿ ਧਰਨੇ ਇਸ ਤਰ੍ਹਾਂ ਨਹੀਂ ਦੇਣੇ ਚਾਹੀਦੇ ਜਾਂ ਕਿਵੇਂ। ਚਲੋ ਆਮ ਆਦਮੀ ਪਾਰਟੀ ਪ੍ਰੋਟੈਸਟ ਦੇ ਵਿੱਚੋਂ ਨਿਕਲੀ ਪਾਰਟੀ ਹੈ। ਆਮ ਆਦਮੀ ਪਾਰਟੀ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਹੈ। ਇਹਨਾਂ ਨੂੰ ਤਾਂ ਘੱਟੋ ਘੱਟ ਸੰਘਰਸ਼ ਦੀ ਜਿਹੜੀ ਵੈਲਿਊ ਪਤਾ ਹੋਣੀ ਚਾਹੀਦੀ ਹੈ ਤੇ ਸੰਘਰਸ਼ਕਾਰੀਆਂ ਦਾ ਸਤਿਕਾਰ ਇਹਨਾਂ ਨੂੰ ਕਰਨਾ ਚਾਹੀਦਾ। ਮੁੱਖ ਮੰਤਰੀ ਸਾਹਿਬ ਓਫੀਸ਼ੀਅਲ ਤੌਰ ਤੇ ਉਹਨਾਂ ਦੀ ਕਿਸਾਨਾਂ ਨਾਲ ਕੀ ਮੀਟਿੰਗ ਹੁੰਦੀ ਹੈ, ਕੀ ਨਹੀਂ ਹੁੰਦੀ, ਸਰਕਾਰ 'ਚ ਕਿੰਨੀ ਕੁ ਪਹੁੰਚ ਹੈ, ਕਿੰਨੀਆਂ ਕੁ ਮੰਗਾਂ ਮੰਨੀਆਂ ਜਾ ਸਕਦੀਆਂ ਨੇ, ਇਹ ਆਪਾਂ ਨੂੰ ਵੀ ਪਤਾ ਵੀ ਕੋਈ ਵੀ ਸਰਕਾਰ ਸਾਰੀਆਂ ਮੰਗਾਂ ਕਦੇ ਨਹੀਂ ਮੰਨਦੀ। ਪਰ ਮੁੱਖ ਮੰਤਰੀ ਦਾ ਇਸ ਤਰੀਕੇ ਨਾਲ ਕਹਿਣਾ ਕਿ ਹੁਣ ਤੁਸੀਂ ਧਰਨੇ ਲਾ ਰਹੇ ਹੋ, ਧਰਨੇ ਦੀ ਰਾਜਨੀਤੀ ਕਰ ਰਹੇ ਹੋ, ਉਹ ਗਲਤ ਆ। ਪਰ ਇਹਦੇ ਨਾਲ ਦੂਜੇ ਪਾਸੇ ਮੈਂ ਕੀ ਕਹਿ ਰਿਹਾ, ਭਾਜਪਾ ਜੀ ਦਾ ਆਗੂ ਆ ਆਪਣਾ ਮਨਜਿੰਦਰ ਸਿੰਘ ਸਿਰਸਾ, ਉਹ ਕਹਿ ਰਿਹਾ ਜੀ ਇਹ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨਣ ਆਏ ਕਰਨ। ਸਿਰਸਾ ਸਾਹਿਬ ਨੂੰ ਥੋੜ੍ਹੀ ਜਿਹੀ ਸ਼ਰਮ ਕਰਨੀ ਚਾਹੀਦੀ ਹੈ। ਸਿਰਸਾ ਸਾਹਿਬ ਇਹ ਉਹੀ ਕਿਸਾਨ ਨੇ ਜਿਹੜੇ ਪੰਜਾਬ 'ਚ ਧਰਨੇ ਲਾ ਰਹੇ ਨੇ। ਠੀਕ ਹੈ, ਕਿਸਾਨ ਧਰਨੇ ਵੀ ਥੋੜ੍ਹੇ ਜਿਹੇ ਗੈਰ ਜ਼ਰੂਰੀ ਲਾ ਰਹੇ ਨੇ। ਹੁਣ ਤਾਂ ਲੋਕ ਵੀ ਉਹਨਾਂ ਨਾਲ ਟੁੱਟਣ ਲੱਗ ਪਏ ਨੇ। 3 ਪੱਖ ਨੇ ਇਸ ਗੱਲ ਦੇ। ਮੁੱਖ ਮੰਤਰੀ ਸਾਹਿਬ ਨੂੰ ਆਪਾਂ ਕ੍ਰਿਟੀਸਾਈਜ਼ ਕਰ ਸਕਦੇ ਹਾਂ ਕਿ ਉਹਨਾਂ ਨੇ ਕਿਸਾਨਾਂ ਪ੍ਰਤੀ ਇਹ ਸ਼ਬਦਾਵਲੀ ਨਹੀਂ ਸੀ ਵਰਤਣੀ, ਠੀਕ ਹੈ। ਉਸ ਤੋਂ ਬਾਅਦ ਭਾਜਪਾ ਤੇ ਆਉਣੇ ਆ। ਭਾਜਪਾ ਜਦੋਂ ਕਿਸਾਨ ਉੱਥੇ ਤਪਦੀ ਗਰਮੀ ਦੇ ਵਿੱਚ ਸੜਕ ਤੇ ਬੈਠੇ ਸਨ, ਜਦੋਂ ਕਿਸਾਨ ਠੰਡੀਆਂ ਸਰਦ ਰਾਤਾਂ ਦੇ ਵਿੱਚ ਉੱਥੇ ਸੜਕਾਂ ਤੇ ਬੈਠੇ ਸਨ, ਉਦੋਂ ਭਾਜਪਾ ਨੂੰ ਯਾਦ ਨਹੀਂ ਆਇਆ, ਉਦੋਂ ਸਿਰਸਾ ਸਾਹਿਬ ਨੂੰ ਯਾਦ ਨਹੀਂ ਆਇਆ ਕਿ ਮੈਂ ਭਾਜਪਾ ਉਦੋਂ ਬਾਅਦ ਜੁਆਇਨ ਕੀਤੀ ਇਹਨਾਂ ਨੇ, ਕਿ ਮੈਂ ਭਾਜਪਾ ਨੂੰ ਕਵਾਂ, ਮੋਦੀ ਸਾਹਿਬ ਨੂੰ ਕਵਾਂ ਕਿ ਭਾਈ ਆਹ ਕਿਸਾਨੀ ਬਿੱਲ ਮਾਫ਼ ਕਰਵਾਓ। ਤੇ ਜਦੋਂ ਬੈਰੀਗੇਟਿੰਗ ਕੀਤੀ ਜਾ ਰਹੀ ਸੀ, ਜਦੋਂ ਭਾਜਪਾ ਦਾ ਖੱਟਰ ਬੈਰੀਗੇਟਿੰਗ ਕਰ ਰਿਹਾ ਸੀ, ਹਾਲਾਂਕਿ ਕੋਈ ਵੀ ਰਾਜ ਦਾ ਮੰਤਰੀ, ਸੰਤਰੀ, ਕਿਸੇ ਤਰ੍ਹਾਂ ਦਾ ਵੀ ਮੁੱਖ ਮੰਤਰੀ ਇਸ ਤਰ੍ਹਾਂ ਬੈਰੀਗੇਟਿੰਗ ਨਹੀਂ ਕਰ ਸਕਦਾ। ਉਹ ਹਾਈਵੇਜ਼ ਤੋਂ ਲੰਘਣ ਨੂੰ ਰੋਕ ਨਹੀਂ ਸਕਦਾ ਦੂਜੇ ਸੂਬੇ ਦੇ ਲੋਕਾਂ ਨੂੰ। ਤੇ ਪਰ ਉਦੋਂ ਸਿਰਸਾ ਸਾਹਿਬ ਕਿੱਥੇ ਸੀ? ਉਦੋਂ ਇਹਨਾਂ ਨੇ ਕਿਹੜਾ ਬੈਰੀਗੇਟ ਭੰਨਿਆ ਕਿਸਾਨਾਂ ਵਾਸਤੇ? ਸੋ ਇਹ ਹੋਛੀ ਸਿਆਸਤ ਹੈ। ਜਿਹੜੇ ਦਲਜੀਤ ਸਿੰਘ ਚੀਮਾ ਅੱਜ ਕਹਿ ਰਹੇ ਨੇ ਕਿ ਜੇ ਮੰਗਾਂ ਮੰਨੀਆਂ ਨੇ ਤਾਂ ਉਹ ਲਾਗੂ ਕਰਵਾਉਣ। ਦਲਜੀਤ ਸਿੰਘ ਚੀਮਾ ਖੁਦ ਦੱਸਣ ਕਿ ਅਕਾਲੀ ਦਲ ਨੇ ਕਿੰਨੀਆਂ ਕੁ ਮੰਗਾਂ ਮੰਨੀਆਂ ਨੇ। ਅਕਾਲੀ ਦਲ ਦੇ ਰਾਜ ਵੇਲੇ ਤਾਂ ਲੋਕ ਹੁਣ ਸ਼ਾਇਦ ਭੁੱਲ ਗਏ ਆ ਕਿਉਂਕਿ 5 ਸਾਲ ਕਾਂਗਰਸ ਦੇ ਲੰਘ ਗਏ ਆ। ਅਕਾਲੀ ਦਲ ਦੇ ਰਾਜ ਵੇਲੇ ਕੀ ਹੁੰਦਾ ਸੀ, ਜਦੋਂ ਕਿਤੇ ਕਿਸਾਨਾਂ ਨੇ ਧਰਨਾ ਦੇਣਾ ਹੁੰਦਾ ਸੀ ਤਾਂ ਅੱਧੀ ਰਾਤ ਨੂੰ ਕਿਸਾਨ ਆਗੂ ਚੱਕ ਲਏ ਜਾਂਦੇ ਸੀ। ਪੁਲਿਸ ਉਹਨਾਂ ਦੇ ਘਰਾਂ 'ਚ, ਰਜਾਈਆਂ 'ਚ ਸੁੱਤੇ ਪਏ ਜਵਾਕਾਂ ਨੂੰ ਉਠਾ ਦਿੰਦੀ ਸੀ। ਜਾਣ ਬੁੱਝ ਕੇ ਉਹਨਾਂ ਦੇ ਘਰ ਦੇ ਡੰਗਰ ਖੋਲ੍ਹ ਦਿੱਤੇ ਜਾਂਦੇ ਸੀ। ਧੱਕਾ ਲਾ ਕੇ ਟਰੈਕਟਰ ਬਾਰਾਂ 'ਚ ਕਰ ਦਿੱਤੇ ਜਾਂਦੇ ਸੀ, ਤਾਂ ਜੋ ਬਾਅਦ ਦੇ ਵਿੱਚ ਅਗਲੇ ਨੂੰ ਸਾਰੀ ਰਾਤ ਲੰਘ ਜੇ ਕਿ ਭਾਈ ਪੁਲਿਸ ਆਈ ਸੀ ਸਾਡੇ ਘਰੇ। ਬਥੇਰੇ ਵਾਰੀ ਅ, ਬਾਦਲ ਪਿੰਡ ਦੇ ਨੇੜੇ ਪਿੰਡ ਆ ਇੱਕ, ਮੈਂ ਉਹਦਾ ਨਾਂ ਵਿਸਰ ਗਿਆ ਮੈਨੂੰ। ਉੱਥੇ ਧਰਨਾ ਦੇਣਾ ਸੀ ਕਿਸਾਨਾਂ ਨੇ ਤੇ ਅੱਧੀ ਰਾਤ ਨੂੰ ਇਹਨਾਂ ਨੇ, ਕਿਸਾਨ ਆਗੂਆਂ ਨੇ, ਸੁਖਬੀਰ ਬਾਦਲ ਦੀ ਪੁਲਿਸ ਨੇ ਕਿਸਾਨ ਆਗੂਆਂ ਦੇ ਘਰਾਂ 'ਚ ਛਾਪੇ ਮਾਰੇ। ਕਿਸਾਨ ਆਗੂ ਘਰਾਂ 'ਚ ਕਿੱਥੇ ਹੁੰਦੇ ਜਦੋਂ ਉਹਨਾਂ ਨੇ ਧਰਨੇ ਦੇਣੇ ਹੁੰਦੇ ਆ? ਉਹ ਕਦੇ ਕਿਤੇ ਪ੍ਰੋਗਰਾਮ ਹੁੰਦਾ ਉਹਨਾਂ ਦਾ, ਕਦੇ ਕਿਤੇ ਮੀਟਿੰਗਾਂ ਕਰਦੇ ਆ, ਫੰਡ ਇਕੱਠਾ ਕਰਦੇ ਆ, ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕਰਦੇ ਆ। ਪਰ ਘਰਾਂ 'ਚੋਂ ਸੁੱਤੇ ਪਏ ਜਵਾਕਾਂ ਨੂੰ ਰਜਾਈਆਂ 'ਚ ਉਠਾ ਦੇਣਾ, ਡੰਗਰ ਖੋਲ੍ਹ ਦੇਣੇ, ਲੋਕਾਂ ਨੇ ਭੱਜ ਕੇ ਅੱਧੀ ਰਾਤ ਨੂੰ ਧੁੰਦਾਂ ਦੇ ਵਿੱਚ ਆਪਣੀਆਂ ਮੱਝਾਂ ਗਾਵਾਂ ਫੜਨੀਆਂ। ਸੋ ਇਹ ਪੁਲਿਸ ਦੀ ਕਾਰਕਰਦਗੀ ਹੈ। ਚੀਮਾ ਸਾਹਿਬ ਨੂੰ ਵੀ ਥੋੜ੍ਹਾ ਜਿਹਾ ਪੀੜੀ ਹੇਠਾਂ ਸੋਟਾ ਮਾਰ ਲੈਣਾ ਚਾਹੀਦਾ। ਸੋ ਇਸ ਗੱਲ ਤੇ ਸਾਨੂੰ ਆਉਣਾ ਪੈਣਾ। ਇਹ ਗੱਲ ਸੱਚ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਕਿਸੇ ਵੀ ਤਰੀਕੇ ਦੀ
ਗਲਤ ਸ਼ਬਦਾਵਲੀ ਵਰਤਦੇ ਆ ਜਾਂ ਕਿਸੇ ਨੂੰ ਚੇਤਾਵਨੀ ਦਿੰਦੇ ਆ, ਤਾਂ ਉਹ ਯਾਦ ਰੱਖਣ ਕਿ ਮੁੱਖ ਮੰਤਰੀ ਲੋਕਾਂ ਦਾ ਚੁਣਿਆ ਲੀਡਰ ਹੈ। ਉਹ ਕੋਈ ਇਹ ਨਹੀਂ ਗਾ ਕਿ ਉਹਨੂੰ ਸਟੈਂਪ ਮਿਲੀ ਹੈ ਕਿ ਉਹ ਮੁੱਖ ਮੰਤਰੀ ਹੈ। ਲੋਕਾਂ ਨੇ ਉਹਨੂੰ ਚੁਣਿਆ ਤੇ ਉਹਨੂੰ ਉਹੀ ਕਹਿਣਾ ਪੈਣਾ, ਬੋਲਣਾ ਪੈਣਾ ਜੋ ਲੋਕਤੰਤਰ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਜੋ ਇੱਕ ਮੁੱਖ ਮੰਤਰੀ ਬੋਲ ਸਕਦਾ ਸ਼ਬਦਾਵਲੀ ਮਰਿਆਦਾ ਦੇ ਨਾਲ। ਤੇ ਕਿਸਾਨੀ ਧਿਰਾਂ ਵੀ ਜਿਹੜੀਆਂ ਨੇ ਉਹਨਾਂ ਤੋਂ ਵੀ ਥੋੜ੍ਹਾ ਜਿਹਾ ਮਨ ਖੱਟਾ ਹੋਣ ਲੱਗ ਪਿਆ ਲੋਕਾਂ ਦਾ। ਕਾਰਨ ਇਹ ਹੈ ਕਿ ਜਿਹੜੇ ਧਰਨੇ ਨੇ, ਕਈ ਹੁਣ ਕਿਸਾਨ ਧਿਰਾਂ ਆਪਸ ਵਿੱਚ ਦੀ ਪਾਟੋ ਧਾੜ ਨੇ। ਕੱਲ੍ਹ ਤਾਂ ਰੋਲਦੂ ਸਿੰਘ ਮਾਨਸਾ ਨੇ ਵੀ ਕਿਹਾ ਕਿ ਇਹ ਜਿਹੜੀ ਧਰਨਿਆਂ ਦੀ ਸਿਆਸਤ ਹੋ ਰਹੀ ਹੈ, ਇਹ ਗਲਤ ਆ। ਸੋ ਇੱਕ ਪਾਸੇ ਉਗਰਾਹਾਂ ਮੰਗਾਂ ਮਨਵਾ ਲੈਂਦਾ, ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਮੰਗਾਂ ਮਨਵਾ ਲੈਂਦਾ। ਪਹਿਲਾਂ ਮੰਗਾਂ ਮਨਵਾਉਣ ਵੇਲੇ ਧਰਨਾ, ਫਿਰ ਮੰਗਾਂ ਨੂੰ ਲਾਗੂ ਕਰਾਉਣ ਵੇਲੇ ਧਰਨਾ, ਫਿਰ ਕਹਿੰਦੇ ਨੋਟੀਫਿਕੇਸ਼ਨ। ਸੋ ਇਹ ਇਸ ਤਰੀਕੇ ਨਾਲ ਅਸੀਂ ਪੰਜਾਬ ਦਾ ਹੀ ਨੁਕਸਾਨ ਕਰ ਰਹੇ ਹਾਂ, ਕਿਉਂਕਿ ਧਰਨੇ ਲੱਗਣਗੇ, ਆਵਾਜਾਈ ਪ੍ਰਭਾਵਿਤ ਹੋਊਗੀ, ਮਾਲੀਆ ਘਟੂਗਾ, ਟਰਾਂਸਪੋਰਟੇਸ਼ਨ ਦਾ ਨੁਕਸਾਨ ਹੋਊਗਾ। ਸੋ ਇਹ ਚੀਜ਼ ਹੈ। ਹੁਣ ਤਾਂ ਰੋਲਦੂ ਸਿੰਘ ਮਾਨਸਾ ਨੇ ਵੀ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਦੇ ਵਿੱਚ ਜੋ ਚੱਕਾ ਜਾਮ ਕੀਤਾ ਗਿਆ, ਉਸ ਤੋਂ ਜਾਪਦਾ ਹੈ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੇ ਲਈ ਇਹ ਸੜਕਾਂ ਰੋਕੀਆਂ ਗਈਆਂ ਨੇ। ਉਹ ਕਹਿੰਦੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਪੰਜਾਬ ਸਰਕਾਰ ਤੋਂ ਮਨਵਾਉਣੀਆਂ ਰਹਿੰਦੀਆਂ, ਉਹਨਾਂ ਸੰਬੰਧੀ ਮੁੱਖ ਮੰਤਰੀ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ, ਪਰ 2-3 ਘੰਟਿਆਂ ਦੇ ਧਰਨੇ ਨੂੰ ਅਣਮਿੱਥੇ ਸਮੇਂ ਦੇ ਲਈ ਵਧਾ ਦੇਣਾ ਪੰਜਾਬ ਦੇ ਵਸਨੀਕਾਂ ਨਾਲ ਧੱਕਾ ਹੈ। ਸ਼ੁਕਰ ਹੈ ਰੋਲਦੂ ਸਿੰਘ ਮਾਨਸਾ ਨੇ ਵੀ ਕੋਈ ਵਧੀਆ ਗੱਲ ਕਹੀ ਹੈ, ਨਹੀਂ ਤਾਂ ਤੁਹਾਨੂੰ ਪਤਾ ਹੈ ਵੀ ਥੋੜ੍ਹੀ ਜਿਹੀ ਬਿਆਨਬਾਜ਼ੀ ਜਿਹੜੀ ਆ ਉਹ ਕਈ ਵਾਰੀ ਹੋਛੀ ਕਰ ਜਾਂਦੇ ਆ। ਤੇ ਰੌਲਾ ਇਹ ਹੈ ਕਿ ਉਹਨਾਂ ਨੇ ਇਹ ਵੀ ਗੱਲ ਮੰਨੀ ਹੈ ਕਿ ਪ੍ਰਦਰਸ਼ਨ ਕਰਨਾ, ਧਰਨਾ ਦੇਣਾ ਕੋਈ ਗਲਤ ਨਹੀਂ ਹੈ, ਪਰ ਤਰੀਕਾ ਠੀਕ ਹੋਣਾ ਚਾਹੀਦਾ। ਜਗਜੀਤ ਸਿੰਘ ਡੱਲੇਵਾਲ ਤੇ ਬਲਦੇਵ ਸਿੰਘ ਸਿਰਸਾ ਦੇ ਉੱਤੇ ਦੋਸ਼ ਲਾਇਆ ਕਿ ਉਹ ਕੇਂਦਰ ਦੇ ਇਸ਼ਾਰਿਆਂ ਤੇ ਪ੍ਰਦਰਸ਼ਨ ਕਰਵਾ ਰਹੇ ਨੇ। ਭਗਵੰਤ ਮਾਨ ਸਰਕਾਰ ਨੂੰ ਕੁਝ ਸਮਾਂ ਦੇਣਾ ਬਣਦਾ ਹੈ। ਮਸਲਾ ਝੋਨੇ ਦਾ ਹੈ ਤਾਂ ਸੜਕਾਂ ਰੋਕ ਕੇ ਲੋਕਾਂ ਨੂੰ ਤੰਗ ਕਰਨਾ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਦਿੱਲੀ ਅੰਦੋਲਨ ਦੇ ਦੌਰਾਨ ਸ਼ਿਵ ਕੁਮਾਰ ਕੱਕਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਿਸਾਨ ਵਿਰੋਧੀ ਕਾਰਵਾਈਆਂ ਕਰਨ ਕਰਕੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਪਹਿਲਾਂ ਹੀ ਕੱਢੇ ਜਾ ਚੁੱਕੇ ਨੇ। ਸੋ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਕਬਾਲ ਸਿੰਘ ਲਾਲਪੁਰਾ ਦੀ। ਰੂਪਨਗਰ ਦੇ ਵਿੱਚ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਅਜੇ ਵੀਰ ਸਿੰਘ ਲਾਲਪੁਰਾ ਦੀ ਗੱਡੀ ਘੇਰ ਕੇ ਉਹਨਾਂ ਤੇ ਪਿਸਤੌਲ ਤਾਰਨ ਦੇ ਦੋਸ਼ ਅਧੀਨ 2 ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਅਜੇ ਵੀਰ ਸਿੰਘ ਲਾਲਪੁਰਾ ਨੇ ਮੀਡੀਆ ਨੂੰ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਵਾਸੀ ਰੂੜੇ ਮਾਜਰਾ ਦੇ ਨਾਲ ਆਪਣੀ ਰੇਂਜ ਰੋਵਰ ਦੇ ਵਿੱਚ ਪਿੰਡ ਕਲਵਾ ਨੂੰ ਪਰਤ ਰਹੇ ਸਨ। ਇਸੇ ਦੌਰਾਨ ਬੱਸ ਅੱਡਾ ਬੈਂਸਾਂ ਨੇੜਿਓਂ ਸਵਿਫਟ ਕਾਰ ਉਹਨਾਂ ਦੇ ਪਿੱਛੇ ਲੱਗੀ। ਰਾਤ ਨੂੰ 11:30 ਵਜੇ ਦੇ ਕਰੀਬ ਜਦੋਂ ਉਹ ਆਜ਼ਮਪੁਰ ਬਾਈਪਾਸ ਲੰਘੇ ਤਾਂ ਸਵਿਫਟ ਗੱਡੀ ਦੇ ਚਾਲਕ ਨੇ ਉਹਨਾਂ ਦੀ ਗੱਡੀ ਦੇ ਅੱਗੇ ਲਗਾ ਕੇ ਉਹਨਾਂ ਨੂੰ ਘੇਰ ਲਿਆ। ਗੱਡੀ ਦੇ ਵਿੱਚੋਂ ਉਤਰੇ 2 ਨੌਜਵਾਨਾਂ ਵਿੱਚੋਂ ਇੱਕ ਨੇ ਉਹਨਾਂ ਨੂੰ ਪਿਸਤੌਲ ਤਾਣ ਕੇ ਗੱਡੀ 'ਚੋਂ ਥੱਲੇ ਉਤਾਰ ਲਿਆ ਤੇ ਮੰਦਾ ਚੰਗਾ ਬੋਲਦੇ ਰਹੇ। ਇਸੇ ਦੌਰਾਨ ਪੁਲਿਸ ਦੀ ਪੀਸੀਆਰ ਆਈ ਤੇ ਦੋਵੇਂ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਦੇ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਦੇ ਨਾਲ ਸਨ, ਪਰ ਨੌਜਵਾਨਾਂ ਨੇ ਉਹਨਾਂ ਦੀ ਵੀ ਕੋਈ ਪਰਵਾਹ ਨਹੀਂ ਕੀਤੀ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਜਸਕਰਨ ਸਿੰਘ ਵਾਸੀ ਤਖ਼ਤਗੜ੍ਹ ਵਜੋਂ ਹੋਈ ਹੈ। ਡੀਐਸਪੀ ਅਨੰਦਪੁਰ ਸਾਹਿਬ ਅਜੇ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਬਰਾਮਦ ਕਰ ਲਿਆ ਗਿਆ ਅਤੇ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖਬਰ ਇਹ ਆ ਰਹੀ ਹੈ ਕਿ ਹਾਈਵੇ 44 ਤੇ ਪੱਟੀ ਕਲਿਆਣਾ ਪਿੰਡ ਦੇ ਨੇੜੇ ਤੜਕੇ ਟੂਰਿਸਟ ਬੱਸ ਨੂੰ ਅੱਗ ਲੱਗ ਗਈ ਸੀ ਤੇ ਬੱਸ ਲੁਧਿਆਣਾ ਤੋਂ ਦਿੱਲੀ ਜਾ ਰਹੀ ਸੀ। ਕਰੀਬ 35 ਯਾਤਰੀਆਂ ਨੇ ਬੱਸ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਸੀ। ਗੱਲ ਕਰਦੇ ਹਾਂ ਸਿਕੰਦਰ ਸਿੰਘ ਮਲੂਕਾ ਦੇ ਬਿਆਨ ਦੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿਛਲੇ ਦਿਨੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਵੱਲੋਂ ਅਕਾਲੀ ਭਾਜਪਾ ਦੀ ਮੁੜ ਸਾਂਝ ਬਾਰੇ ਕਹੀ ਗੱਲ ਤੋਂ ਬਾਅਦ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਤਾਬੜਤੋੜ ਬਿਆਨਬਾਜ਼ੀ ਤੋਂ ਖਫਾ ਨੇ। ਉਹਨਾਂ ਸੂਬੇ ਦੀ ਭਾਜਪਾ ਲੀਡਰਸ਼ਿਪ ਤੇ ਤਿੱਖੇ ਤੰਜ਼ ਕੱਸਦਿਆਂ ਆਖਿਆ ਕਿ ਭਾਜਪਾ ਨਾਲ ਸਮਝੌਤੇ ਤੋਂ ਬਿਨਾਂ ਉਹਨਾਂ ਦੀਆਂ ਬਾਹਾਂ ਨਹੀਂ ਆਕੜੀਆਂ। ਮਲੂਕਾ ਨੇ ਸਪਸ਼ਟ ਕੀਤਾ ਕਿ ਉਹਨਾਂ ਦੇ ਕਹਿਣ ਦਾ ਮੰਤਵ ਸੀਗਾ ਕਿ ਕਾਂਗਰਸ ਪਾਰਟੀ ਨਾਲ ਤਾਂ ਅਕਾਲੀ ਦਲ ਦੀ ਸਾਂਝ ਕਿਸੇ ਕੀਮਤ ਤੇ ਵੀ ਨਹੀਂ ਹੋ ਸਕਦੀ ਅਤੇ ਆਮ ਆਦਮੀ ਪਾਰਟੀ ਦੇ ਨਾਲ ਦਲ ਦੀ ਵਿਚਾਰਧਾਰਾ ਨਹੀਂ ਮਿਲਦੀ। ਉਹਨਾਂ ਕਿਹਾ ਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਲੰਬਾ ਸਮਾਂ ਚੱਲਿਆ, ਪਰ ਕਿਸਾਨੀ ਅੰਦੋਲਨ ਵੇਲੇ ਫਰਕ ਪੈ ਗਿਆ। ਹੁਣ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜਿਹੀ ਜਿਹੜੀ ਸਾਂਝ ਭਿਆਲੀ ਹੈ, ਕਿਹੋ ਜਿਹੀ ਜਿਹੜੀ ਵਿਚਾਰਧਾਰਕ ਸਾਂਝ ਹੈ, ਜਿਹੜੀ ਇੱਕ ਪਾਸੇ ਤਾਂ ਭਾਜਪਾ ਨੂੰ ਕਹੀ ਜਾਂਦੀ ਹੈ ਕਿ ਐਸਜੀਪੀਸੀ ਦੇ ਪ੍ਰਬੰਧਾਂ ਦੇ ਵਿੱਚ ਇਹ ਦਖਲ ਦੇ ਰਹੇ ਨੇ, ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਜੀ ਹੋਰ ਕਿਸੇ ਨਾਲ ਅਸੀਂ ਸਾਂਝ ਨਹੀਂ ਕਰ ਸਕਦੇ। ਠੀਕ ਹੈ, ਐਥੀਕਲੀ ਕਾਂਗਰਸ ਨਾਲ ਜਾਂ ਹੋਰ ਪਾਰਟੀ ਨਾਲ ਸਾਂਝ ਨਹੀਂ ਹੋ ਸਕਦਾ, ਪਰ ਮਲੂਕਾ ਸਾਹਿਬ ਇਤਿਹਾਸ ਤੋਂ ਕੋਰੇ ਨੇ। ਇਹਨਾਂ ਨੂੰ ਇਹ ਨਹੀਂ ਪਤਾ
ਕਿ ਜਿਨ੍ਹਾਂ ਨੇ ਦਰਬਾਰ ਸਾਹਿਬ 'ਤੇ ਹਮਲੇ ਕਰਨ ਤੋਂ ਬਾਅਦ ਲੱਡੂ ਵੰਡੇ ਸਨ, ਉਹਨਾਂ ਦਾ ਤਾਲੁਕਾਤ ਕਿਹੜੀ ਪਾਰਟੀ ਨਾਲ ਹੈ। ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਜਿਹੜੇ ਮਾਡਲ ਤੋੜੇ ਸੀ, ਉਹਨਾਂ ਦਾ ਭਾਜਪਾ ਦੇ ਨਾਲ ਕੀ ਸੰਬੰਧ ਹੈ। ਜਿਹੜੇ ਲੋਕਾਂ ਨੇ ਕਿਤਾਬਾਂ ਲਿਖੀਆਂ, ਇਹਨਾਂ ਨੂੰ ਕੋਈ ਜਾਵੇ ਤੇ ਦੇ ਕੇ ਆਵੇ ਬੁੱਕ ਮਾਈ ਕੰਟਰੀ ਮਾਈ ਲਾਈਫ ਲਾਲ ਕ੍ਰਿਸ਼ਨ ਅਡਵਾਨੀ ਦੀ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੇ ਲਈ ਅਸੀਂ ਇੰਦਰਾ ਗਾਂਧੀ 'ਤੇ ਦਬਾਅ ਪਾਇਆ। ਸੋ ਖੈਰ ਇਹ ਕਾਂਗਰਸ ਨਾਲ ਜਾਂ ਭਾਜਪਾ ਨਾਲ ਦੋਨੇ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਇਹ ਸਾਡੀ ਸਮਝਣ 'ਚ ਫ਼ਰਕ ਆ ਜਾਂ ਸਾਡੇ ਸਿਆਸੀ ਮੁਫਾਦ ਨੇ, ਜਿਨ੍ਹਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਫਸ ਜਾਂਦੇ ਹਾਂ, ਜਾਂ ਸਾਡੀ ਇੱਕ ਸਿਆਸੀ ਲੋੜ ਹੈ। ਗੱਠਜੋੜ ਨਹੀਂ ਹੁੰਦਾ, ਸਿਆਸੀ ਲੋੜ ਹੁੰਦਾ, ਸਿਆਸੀ ਮਜਬੂਰੀ ਹੁੰਦੀ ਹੈ। ਭਾਜਪਾ ਦੇ ਵਿਰੁੱਧ ਬੋਲਣ ਦਾ ਤਹੱਈਆ ਨਹੀਂ ਹੈ, ਕਿਉਂਕਿ ਭਾਜਪਾ ਕੋਲੇ ਈਡੀ ਹੈ। ਪਤਾ ਲੱਗਿਆ ਅੱਜ ਮੋਦੀ ਪੰਜਾਬ ਦਾ ਇੱਕ ਵੀ ਆਗੂ ਮਮਤਾ ਬੈਨਰਜੀ ਵਾਂਗ ਮੋਦੀ ਸਾਹਿਬ ਦੇ ਬਾਰੇ, ਉਹਨਾਂ ਦੀ ਸ਼ਾਸਨ ਬਾਰੇ ਗੱਲ ਕਰਨ ਦਾ ਮਾਦਾ ਨਹੀਂ ਰੱਖਦਾ, ਇੱਕ ਵੀ ਬੰਦਾ। ਸੁਖਪਾਲ ਖਹਿਰਾ ਨੂੰ ਛੱਡ ਦਿਓ, ਇੱਕ ਦੋ ਲੀਡਰਾਂ ਨੂੰ ਹੋਰ ਨੂੰ ਛੱਡ ਦਿਓ, ਤਾਂ ਕਿੰਨੇ ਲੀਡਰ ਨੇ? ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਕ ਵੀ ਬੰਦਾ। ਅਕਾਲੀ ਦਲ ਦੇ ਵਿੱਚ ਹੀ ਨਹੀਂ ਹੈ, ਦੱਬਵੀਂ ਸੁਰ ਦੇ ਵਿੱਚ ਕਹਿ ਦਿੰਦੇ ਆ ਅਸੀਂ ਜੀ ਚਿੱਠੀ ਲਿਖਾਂਗੇ, ਭਾਜਪਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਾਂ ਦੇ ਵਿੱਚ ਜੀ ਦਖਲ ਦੇ ਰਹੀ ਹੈ। ਚਿੱਠੀ ਲਿਖਣ ਦਾ ਕੰਮ ਆ ਤੁਹਾਡੇ 'ਚ, ਤੇ ਇਹ ਗੱਲ ਕਹਿਣ ਦਾ ਮਾਦਾ ਨਹੀਂ ਕਿ ਭਾਈ ਸਾਡੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ 'ਚ ਦਖਲ ਨਾ ਦਿਓ, ਸਿੱਧੇ ਤਰੀਕੇ ਨਾਲ। ਸੋ ਕਹਿ ਦੇਣਾ ਸਾਡੀਆਂ ਬਾਹਾਂ ਨਹੀਂ ਆਕੜੀਆਂ, ਸਾਡਾ ਐਂ ਨਹੀਂ ਹੋਇਆ, ਐਵੇਂ ਪਹਿਲਾਂ ਬਿਆਨ ਦੇ ਦੇਣੇ, ਮੁੜ ਕੇ ਉੱਤੇ ਪੋਚੇ ਮਰੀ ਜਾਣੇ। ਇਹ ਕਿੱਧਰ ਦੀ ਸਿਆਸਤ ਹੈ। ਖੈਰ ਕੁਛ ਕੌਮੀ ਖਬਰਾਂ ਦੀ ਗੱਲ ਕਰਾਂਗੇ। ਮਹਾਰਾਸ਼ਟਰ ਦੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਖਿਲਾਫ ਮਾਣਹਾਨੀ ਦੇ ਕੇਸ ਦਰਜ ਕੀਤੇ ਨੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਧੜੇ ਦੀ ਆਗੂ ਵੰਦਨਾ ਡੋਗਰੇ ਅਤੇ ਸਾਵਰਕਰ ਦੇ ਰਿਸ਼ਤੇਦਾਰ ਰਣਜੀਤ ਸਾਵਰਕਰ ਨੇ ਆਪਣੀਆਂ ਸ਼ਿਕਾਇਤਾਂ ਦੇ ਵਿੱਚ ਕਿਹਾ ਕਿ ਕਾਂਗਰਸੀ ਆਗੂ ਨੇ ਆਜ਼ਾਦੀ ਘੁਲਾਟੀਏ ਖਿਲਾਫ ਇਤਰਾਜ਼ਯੋਗ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਨੇ। ਵੰਦਨਾ ਨੇ ਠਾਣੇ ਨਗਰ ਅਤੇ ਰਣਜੀਤ ਨੇ ਮੁੰਬਈ ਦੇ ਸ਼ਿਵਾਜੀ ਪਾਰਕ ਪੁਲਿਸ ਸਟੇਸ਼ਨ ਦੇ ਵਿੱਚ ਸ਼ਿਕਾਇਤਾਂ ਦਿੱਤੀਆਂ ਨੇ। ਰਾਹੁਲ ਗਾਂਧੀ ਦੇ ਖਿਲਾਫ ਪਹਿਲਾਂ ਹੀ ਠਾਣੇ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਮਾਣਹਾਨੀ ਦਾ ਕੇਸ ਚੱਲ ਰਿਹਾ ਹੈ। ਰਾਹੁਲ ਗਾਂਧੀ ਕੀ ਕਰਦਾ ਹੈ, ਕੀ ਨਹੀਂ ਕਰਦਾ, ਉਹਨੇ ਕਿਉਂ ਬਿਆਨ ਦਿੱਤਾ, ਇਹਦੇ ਬਾਰੇ ਚਰਚਾ ਕਦੇ ਫੇਰ ਕਰ ਲਾਂਗੇ। ਪਰ ਇੱਕ ਗੱਲ ਸੱਚ ਹੈ ਕਿ ਜਿਹੜਾ ਇਹ ਏਕਨਾਥ ਸ਼ਿੰਦੇ ਕਹਿ ਰਿਹਾ, ਜਾਂ ਇਹਨਾਂ ਦੀ ਵੰਦਨਾ ਡੋਗਰੇ ਕਹਿ ਰਹੀ ਹੈ, ਜਾਂ ਰਣਜੀਤ ਸਾਵਰਕਰ ਕਹਿ ਰਿਹਾ, ਵੀਰ ਸਾਵਰਕਰ ਨੇ ਅੰਗਰੇਜ਼ਾਂ ਤੋਂ ਮਾਫੀ ਮੰਗੀ ਸੀ। ਇਹ ਗੱਲਾਂ ਤਥਾਤਮਕ ਨੇ, ਤੇ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਬਹੁਤ ਜ਼ਿਆਦਾ, ਜਿੰਨਾ ਹੀ ਕਹਿ ਦਿਓ ਉਨਾ ਹੀ ਰਿਸਪੌਂਸ ਮਿਲਿਆ, ਕਿਉਂਕਿ ਸਾਵਰਕਰ ਨੂੰ ਥੋਪਿਆ ਜਾ ਰਿਹਾ ਲੋਕਾਂ ਤੇ ਆਜ਼ਾਦੀ ਘੁਲਾਟੀਆ ਬਣਾ ਕੇ, ਜਦ ਕਿ ਅਸਲੀਅਤ ਇਹ ਹੈ ਕਿ ਉਹਨੇ ਫਰੰਗੀਆਂ ਤੋਂ, ਉਹਨੇ ਬ੍ਰਿਟਿਸ਼ ਸਰਕਾਰ ਤੋਂ ਮਾਫੀ ਮੰਗੀ, ਤੇ ਉਹਨੇ ਕਿਹਾ ਸੀ ਮੈਂ ਤਾ ਉਮਰ ਤੁਹਾਡਾ ਵਫਾਦਾਰ ਬਣ ਕੇ ਰਹੂੰਗਾ। ਤੇ ਉਹਨੇ ਇਹ ਵੀ ਕਿਹਾ ਸੀਗਾ ਕਿ ਆਜ਼ਾਦੀ ਸੰਗਰਾਮ ਨੂੰ ਰੋਕਣ ਦੇ ਲਈ ਹਿੰਦੂਆਂ ਨੂੰ ਆਪਣੇ ਘਰਾਂ ਦੇ ਵਿੱਚ ਬੰਦੂਕਾਂ ਰੱਖਣੀਆਂ ਚਾਹੀਦੀਆਂ, ਤੇ ਜਿਹੜੀ ਬ੍ਰਿਟਿਸ਼ ਆਰਮੀ ਹੈ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ। ਉਹ ਤਾਂ ਇੱਥੋਂ ਤੱਕ ਵੀ ਅੰਗਰੇਜ਼ਾਂ ਦਾ ਚੱਪਲ ਚੱਟ ਰਿਹਾ। ਤੇ ਪਰ ਇੱਥੇ ਹੁਣ ਜਿਹੜੇ ਤੁਹਾਨੂੰ ਪਤਾ ਹੈ RSS ਕੋਲੇ ਜਾਂ ਹੋਰ ਜਿਹੜੀਆਂ ਹਿੰਦੂਤਵੀ ਤਾਕਤਾਂ ਨੇ, ਉਹਨਾਂ ਕੋਲੇ ਆਜ਼ਾਦੀ ਘੁਲਾਟੀਆਂ ਦੇ ਮਾਮਲੇ 'ਚ ਕੋਈ ਹੀਰੋ ਹੋਰ ਨਹੀਂ ਹੈ। ਵੈਸੇ ਤਾਂ ਹਿੰਦੂ ਬਥੇਰਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਪਰ ਉਹਨਾਂ ਦੀ ਜਿਹੜੀ ਆਈਡੀਓਲੋਜੀ ਦੇ ਮੁਤਾਬਕ ਉਹ ਨਹੀਂ ਹੈ, ਉਹ ਲਿਬਰਲ ਲੋਕਾਂ ਨੇ ਕੀਤੀਆਂ ਨੇ। ਉਹ ਦੂਜੇ ਸਿੱਖ ਮੁਸਲਮਾਨ ਭਾਈਚਾਰਿਆਂ ਦੇ ਨਾਲ, ਈਸਾਈਆਂ ਦੇ ਨਾਲ ਖੜਨ ਵਾਲੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ। ਤਾਂ ਉਹਦੇ ਵਿੱਚ ਤੁਸੀਂ ਦੇਖ ਲਓ ਕਿ ਹੁਣ ਇਹਨਾਂ ਨੂੰ ਬੜਾ ਉਸ ਗੱਲ ਨੇ ਤੜਫਾਇਆ ਕਿ ਸਾਵਰਕਰ ਨੂੰ ਇਹ ਕਹਿਤਾ, ਉਹ ਕਹਿਤਾ, ਪਰ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਤਵੱਜੋ ਦਿੱਤੀ, ਤੇ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਲਗਾਤਾਰ ਉਹਦੀ ਜਿਹੜੀ ਲੋਕਪ੍ਰਿਯਤਾ ਉਹ ਵੱਧਦੀ ਜਾ ਰਹੀ ਹੈ ਕਿ ਹਾਂ, ਕਿਸੇ ਬੰਦੇ ਨੇ ਤਾਂ ਜਿਹੜਾ ਉਹ ਤਹੱਈਆ ਕੀਤਾ ਹਿੰਦੂਤਵੀ ਤਾਕਤਾਂ ਦੇ ਵਿਰੁੱਧ ਬੋਲਣ ਦਾ। ਜੰਮੂ ਕਸ਼ਮੀਰ ਦਾ ਰੁਖ ਕਰਾਂਗੇ। ਜੰਮੂ ਕਸ਼ਮੀਰ ਪੁਲਿਸ ਨੇ ਅੱਤਵਾਦੀ ਜਥੇਬੰਦੀ ਦੀ ਰੈਜ਼ਿਸਟੈਂਸ ਫਰੰਟ ਵੱਲੋਂ ਪੱਤਰਕਾਰਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਦੇ ਵਿੱਚ 10 ਥਾਵਾਂ ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਛਾਪੇ ਘਾਟੀ ਦੇ ਸ੍ਰੀਨਗਰ, ਅਨੰਤਨਾਗ ਅਤੇ ਕੁਲਗਾਮ ਜ਼ਿਲ੍ਹਿਆਂ ਦੇ ਵਿੱਚ ਮਾਰੇ ਗਏ ਨੇ। ਇਸ ਦੇ ਨਾਲ ਹੀ ਪੰਜਾਬੀ ਖਬਰਾਂ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।